ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਵਿਸ਼ਾਲ ਚੌਧਰੀ ਅੱਜ ਦੀ ਵੀਡੀਓ ਵਿੱਚ ਸਾਰੇ ਹੀ ਬੱਚਿਆਂ ਦਾ ਬਹੁਤ ਹੀ ਸਵਾਗਤ ਕਰਦਾ ਹਾਂ। ਹਾਂਜੀ ਰਾਜੇ, 9 ਮਈ ਦਾ ਕਰੰਟ ਅਫੇਅਰ ਜਿਹੜਾ ਹੈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਚੁੱਕੇ ਹਾਂ, ਜੋ ਕਿ ਸਾਰੇ ਹੀ ਪੇਪਰਾਂ ਦੇ ਵਾਸਤੇ ਫਾਇਦੇਮੰਦ ਹੋਵੇਗਾ। ਹਾਂਜੀ, ਅੱਜ ਆਪਾਂ ਥੋੜਾ ਡੀਪਲੀ ਕਰਾਂਗੇ। ਹੋਰ ਜਿਹੜੀ ਵੀਡੀਓ ਸੀ ਮੈਂ ਉਹਨਾਂ ਦੇ ਵਿੱਚ ਮੈਂ ਇੰਨਾ ਡੀਪਲੀ ਨਹੀਂ ਸਮਝਾਇਆ ਸੀ, ਲੇਕਿਨ ਅੱਜ ਆਪਾਂ ਜਿੰਨਾ ਵੀ ਕਰਾਂਗੇ ਥੋੜਾ ਡੀਪਲੀ ਕਰਾਂਗੇ। ਠੀਕ ਹੈ, PDF ਬਣਾਉਣ ਦੇ ਵਿੱਚ, ਡਾਟਾ ਤਿਆਰ ਕਰਨ ਦੇ ਵਿੱਚ ਮੈਨੂੰ ਵੀ ਥੋੜਾ ਟਾਈਮ ਲੱਗਦਾ ਹੈ। ਇਸ ਲਈ ਮੈਂ ਕੀ ਕੀਤਾ ਹੈ, ਕੱਲਾ ਕੁਐਸਚਨ ਪਾ ਕੇ ਜੋ ਵੀ ਉਹਦਾ ਫੈਕਟ ਹੋਊਗਾ ਹੈ ਨਾ, ਉਹ ਮੈਂ ਬੋਲ ਕੇ ਦੱਸਾਂਗਾ। ਹਾਂਜੀ, ਜਿਵੇਂ ਕਿ ਤੁਸੀਂ ਪਹਿਲਾ ਕੁਐਸਚਨ ਦੇਖ ਰਹੇ ਹੋ, ਹਾਲ ਹੀ ਵਿੱਚ ਵਿਸ਼ਵ ਥੈਲੇਸੀਮੀਆ ਦਿਵਸ ਕਦੋਂ ਮਨਾਇਆ ਗਿਆ ਹੈ? ਤਾਂ ਰਾਜੇ ਇਹ ਕਦੋਂ ਹੁੰਦਾ ਹੈ? ਵਰਲਡ ਥੈਲੇਸੀਮੀਆ ਡੇ। ਜੀ, ਇਹ ਮਨਾਇਆ ਗਿਆ ਹੈ 8 ਮਈ ਨੂੰ, ਤੇ ਇਹ ਹਮੇਸ਼ਾ ਹੀ 8 ਮਈ ਨੂੰ ਹੁੰਦਾ ਹੈ। ਵਿਸ਼ਵ ਥੈਲੇਸੀਮੀਆ ਦਿਵਸ ਇਸ ਨੂੰ ਕਿਹਾ ਜਾਂਦਾ ਹੈ। ਹੁਣ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਤਾਂ 8 ਮਈ ਨੂੰ ਵਿਸ਼ਵ ਥੈਲੇਸੀਮੀਆ ਦਿਵਸ ਹੁੰਦਾ ਹੈ, ਜੋ ਥੈਲੇਸੀਮੀਆ ਨਾਮਕ ਇੱਕ ਅਨੁਵੰਸ਼ਿਕ ਵਿਕਾਰ ਹੁੰਦਾ ਹੈ, ਡਿਸਆਰਡਰ ਜਿਹੜਾ ਹੁੰਦਾ ਹੈ, ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦੇ ਲਈ ਮਨਾਇਆ ਜਾਂਦਾ ਹੈ। ਠੀਕ ਹੈ ਜੀ, ਜਿਹੜਾ ਥੈਲੇਸੀਮੀਆ ਡਿਸਆਰਡਰ ਹੁੰਦਾ ਹੈ, ਇਹਦੇ ਵਾਸਤੇ ਇਹ 8 ਮਈ ਨੂੰ ਮਨਾਇਆ ਜਾਂਦਾ ਹੈ, ਵਰਲਡ ਥੈਲੇਸੀਮੀਆ ਡੇ। ਜੇ ਆਪਾਂ ਗੱਲ ਕਰੀਏ ਇਸ ਡਿਸਆਰਡਰ ਦੀ, ਤਾਂ ਇਹ ਸਰੀਰ ਨੂੰ ਹੀਮੋਗਲੋਬਿਨ ਦੀ ਕਮੀ ਦਾ ਕੀ ਹੈ, ਕਾਰਨ ਬਣਦਾ ਹੈ, ਜੋ ਖੂਨ ਵਿੱਚ ਆਕਸੀਜਨ ਨੂੰ ਲੈ ਕੇ ਜਾਣ ਦੇ ਲਈ ਕੀ ਹੁੰਦਾ ਹੈ, ਜ਼ਰੂਰੀ ਹੁੰਦਾ ਹੈ। ਜੇ ਆਪਾਂ ਗੱਲ ਕਰੀਏ ਥੈਲੇਸੀਮੀਆ ਵਾਲੇ ਵਿਅਕਤੀ ਇਸ ਸਥਿਤੀ ਨੂੰ ਵਿਰਾਸਤ ਵਿੱਚ ਲੈਂਦੇ ਹਨ। ਠੀਕ ਹੈ, ਵਿਰਾਸਤ ਵਿੱਚ ਲੈਂਦੇ ਹਨ, ਅਤੇ ਇਸ ਦੇ ਪ੍ਰਮਾਣ ਸਰੂਪ ਉਹਨਾਂ ਦੇ ਖੂਨ ਦੇ ਵਿੱਚ ਆਕਸੀਜਨ ਵਿੱਚ ਲੈ ਜਾਣ ਵਾਲੇ ਪ੍ਰੋਟੀਨ ਜਿਹੜੇ ਹੈ ਦਾ ਸਤਰ ਜਿਹੜਾ ਹੈ ਕਮ ਹੋ ਜਾਂਦਾ ਹੈ। ਤੇ ਜੇ ਇਹਦੀ ਆਪਾਂ ਗੱਲ ਕਰੀਏ, ਇਹਦੇ ਤੋਂ ਅਨੀਮੀਆ ਦੀ ਜਿਹੜੀ ਹੈ ਬਿਮਾਰੀ ਪੈਦਾ ਹੁੰਦੀ ਹੈ। ਅਨੀਮੀਆ ਦੀ ਬਿਮਾਰੀ ਜਿਹੜੀ ਹੈ ਪੈਦਾ ਹੁੰਦੀ ਹੈ। ਤੇ ਮੁੱਦੇ ਦੀ ਗੱਲ ਇਹ ਹੈ ਵੀ ਇਹ ਜਿਹੜਾ ਡਿਸਆਰਡਰ ਹੈ, ਇਸ ਨੂੰ ਜਾਗਰੂਕਤਾ ਇਹਦੇ ਵਾਸਤੇ ਵਧਾਉਣ ਦੇ ਲਈ, ਇਹਦੀ ਰੋਕਥਾਮ ਦੇ ਲਈ ਜਿਹੜਾ ਹੈ ਵਰਲਡ ਥੈਲੇਸੀਮੀਆ ਡੇ ਜਿਹੜਾ ਹੈ 8 ਮਈ ਨੂੰ ਮਨਾਇਆ ਜਾਂਦਾ ਹੈ। ਜੀ, ਅਗਲਾ ਕੁਐਸਚਨ ਦੇਖੋ ਜੀ। ਅਗਲਾ ਕੁਐਸਚਨ ਹੈ ਜੀ, ਹਾਲ ਹੀ ਵਿੱਚ ਵਿਸ਼ਵ ਰੈੱਡ ਕਰਾਸ ਦਿਵਸ ਜਿਹੜਾ ਹੈ ਕਦੋਂ ਮਨਾਇਆ ਗਿਆ ਹੈ? ਤਾਂ ਰਾਜੇ ਇਹ ਵੀ ਤੁਸੀਂ ਦੇਖ ਰਹੇ ਹੋ 8 ਮਈ ਨੂੰ ਮਨਾਇਆ ਗਿਆ ਹੈ। ਵਰਲਡ ਰੈੱਡ ਕਰਾਸ ਡੇ ਕਦੋਂ ਮਨਾਇਆ ਗਿਆ ਹੈ? 8 ਮਈ ਨੂੰ। ਹਾਂਜੀ, 8 ਮਈ ਨੂੰ ਮਨਾਇਆ ਗਿਆ ਹੈ। ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਦਿਵਸ ਹੈਨਰੀ ਡੁਨੈਂਟ ਕੋਈ ਬੰਦਾ ਸੀ, ਹੈਨਰੀ ਡੁਨੈਂਟ ਦੀ ਜਯੰਤੀ ਦਾ ਸਨਮਾਨ ਕਰਨ ਦੇ ਲਈ ਹਰ ਸਾਲ ਜਿਹੜਾ ਹੈ 8 ਮਈ ਨੂੰ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਸਮਿਤੀ ਦੀ ਸਥਾਪਨਾ ਕੀਤੀ ਸੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਦੇ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਵਿਅਕਤੀ ਸਨ। ਕੌਣ? ਹੈਨਰੀ ਡੁਨੈਂਟ। ਠੀਕ ਹੈ ਜੀ, ਹੈਨਰੀ ਡੁਨੈਂਟ ਜਿਹੜੇ ਸੀ। ਤਾਂ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਮੂਵਮੈਂਟ ਇੱਕ ਵਿਸ਼ਵ ਵਿਆਪੀ ਮਾਨਵੀ ਨੈਟਵਰਕ ਹਨ, ਜੋ ਦੁਨੀਆ ਭਰ ਦੇ ਵਿੱਚ ਹਰ ਸਾਲ ਦੇਸ਼ ਦੇ ਕਾਫੀ ਲੋਕ ਜਿਹੜੇ ਹੈ ਸੰਚਾਲਿਤ ਕਰਦਾ ਹੈ। ਜੀ, ਤੇ ਇਹਦਾ ਮਤਲਬ ਕੀ ਹੈ? ਰੈੱਡ ਕਰਾਸ ਡੇ ਦਾ ਮਤਲਬ ਕੀ ਹੁੰਦਾ ਹੈ, ਇਹ ਵੀ ਤੁਸੀਂ ਦੇਖੋ। ਤੇ ਆਪਾਂ ਗੱਲ ਕਰੀਏ ਤਾਂ ਇਹ ਕਾਹਦੇ ਵਾਸਤੇ ਹੁੰਦਾ ਹੈ? ਮੁਸ਼ਕਿਲ ਸਥਿਤੀਆਂ, ਸੰਘਰਸ਼ ਹੋ ਗਿਆ, ਆਪਦਾਵਾਂ ਹੋ ਗਈਆਂ, ਹਨਾ, ਵਿੱਚ ਜ਼ਰੂਰਤਮੰਦ ਜਿਹੜੇ ਹੁੰਦੇ ਹੈ, ਮਰੀਜ਼ ਵਗੈਰਾ ਹੋ ਗਏ, ਉਹਨਾਂ ਦੀ ਸਹਾਇਤਾ ਵਾਸਤੇ ਜਿਹੜਾ ਹੈ ਰੈੱਡ ਕਰਾਸ ਡੇ ਜਿਹੜਾ ਹੈ ਮਨਾਇਆ ਜਾਂਦਾ ਹੈ। ਜੀ, ਅਗਲਾ ਦੇਖੋ ਜੀ, ਖਾਸ ਹੈ ਬਹੁਤ ਹੀ ਜ਼ਿਆਦਾ। ਹਾਲ ਹੀ ਵਿੱਚ ਬਾਈਡਨ ਪ੍ਰਸ਼ਾਸਨ ਵਿੱਚ ਘਰੇਲੂ ਨੀਤੀ ਸਲਾਹਕਾਰ ਦੇ ਰੂਪ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਕਿਹਨਾਂ ਨੂੰ ਕੀਤਾ ਗਿਆ ਹੈ ਜੀ? ਫੋਟੋ ਤੁਸੀਂ ਦੇਖ ਰਹੇ ਹੋ, ਇਹ ਹੈ ਨੀਰਾ ਟੰਡਨ। ਕੌਣ ਹੈ ਜੀ? ਨੀਰਾ ਟੰਡਨ। ਇਹਨਾਂ ਨੂੰ ਕੀਤਾ ਗਿਆ ਹੈ, ਕੀ ਕੀਤਾ ਗਿਆ ਹੈ? ਬਾਈਡਨ ਪ੍ਰਸ਼ਾਸਨ ਵਿੱਚ ਘਰੇਲੂ ਨੀਤੀ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ। ਜੀ, ਨੀਰਾ ਟੰਡਨ। ਜੇ ਆਪਾਂ ਇਹਨਾਂ ਦੇ ਬਾਰੇ ਗੱਲ ਕਰੀਏ ਤਾਂ 5 ਮਈ 2023 ਨੂੰ ਭਾਰਤੀ ਅਮਰੀਕੀ ਨੀਰਾ ਟੰਡਨ ਨੂੰ ਬਾਈਡਨ ਪ੍ਰਸ਼ਾਸਨ ਵਿੱਚ ਘਰੇਲੂ ਨੀਤੀ ਸਲਾਹਕਾਰ, ਲਿਖਿਆ ਸੀ ਨਾ ਉੱਤੇ, ਘਰੇਲੂ ਨੀਤੀ ਸਲਾਹਕਾਰ ਦੇ ਰੂਪ ਦੇ ਵਿੱਚ ਨਿਯੁਕਤ ਜਿਹੜਾ ਹੈ ਕੀਤਾ ਗਿਆ ਹੈ। ਇਹ ਕਦਮ ਜਿਹੜਾ ਹੈ ਰਾਸ਼ਟਰਪਤੀ ਚੁਣਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਉਠਾਇਆ ਗਿਆ ਹੈ, ਜੋ 2024 ਵਿੱਚ ਹੋਣ ਵਾਲਾ ਹੈ, ਰਾਸ਼ਟਰਪਤੀ ਚੁਣਾਵ। ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ ਨੀਰਾ ਟੰਡਨ ਦੇ ਵਾਸਤੇ, ਤਾਂ ਨੀਰਾ ਟੰਡਨ ਦੀ ਜਿਹੜੀ ਹੈ ਨਿਯੁਕਤੀ ਜਿਹੜੀ ਹੈ, ਇੱਦਾਂ ਦੀ ਇੱਕ ਨਿਯੁਕਤੀ ਹੋਣੀ ਬਹੁਤ ਹੀ ਰੇਅਰ ਹੈ, ਇਤਿਹਾਸਿਕ ਹੈ, ਕਿਉਂਕਿ
ਇਹ ਵਾਈਟ ਹਾਊਸ ਸਲਾਹਕਾਰ ਪ੍ਰੀਸ਼ਦ ਦਾ ਨੇਤਰਤਵ ਕਰਨ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਵੂਮਨ ਹੈ। ਠੀਕ ਹੈ ਜੀ, ਕੀ ਕਰਨ ਵਾਲੀ? ਵਾਈਟ ਹਾਊਸ ਸਲਾਹਕਾਰ ਪ੍ਰੀਸ਼ਦ ਦਾ ਨੇਤਰਤਵ ਕਰਨ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਬਣੀ ਹੈ। ਠੀਕ ਹੈ ਜੀ। ਨੀਰਾ ਟੰਡਨ ਜਿਹੜਾ ਜਨਮ ਹੈ, ਇਹਨਾਂ ਦਾ ਜਨਮ ਜਿਹੜਾ ਹੈ ਭਾਰਤੀ, ਠੀਕ ਹੈ ਜੀ, ਜਨਮ ਜਿਹੜਾ ਹੈ ਭਾਰਤੀ, ਇਹਨਾਂ ਦੇ ਮਾਤਾ ਪਿਤਾ ਦੇ ਘਰ ਦੇ ਵਿੱਚ ਹੁਆ, ਅਪ੍ਰਵਾਸੀ, ਲੇਕਿਨ ਉਹ ਕੀ ਸੀ? ਅਪ੍ਰਵਾਸੀ ਸੀ, ਜਿਨ੍ਹਾਂ ਨੇ ਕੈਲੀਫੋਰਨੀਆ ਵਿਸ਼ਵ ਵਿਦਿਆਲਿਆ, ਲਾਸ ਐਂਜਲਸ ਅਤੇ ਯੇਲ ਵਿਸ਼ਵ ਵਿਦਿਆਲਿਆ ਵਿੱਚ ਆਪਣਾ ਜਿਹੜਾ ਹੈ ਅਧਿਐਨ ਕੀਤਾ ਸੀ। ਚਲੋ ਇਹ ਤਾਂ ਹੋਰ ਗੱਲ ਹੋ ਗਈ ਇਹਨਾਂ ਦੇ ਪੇਰੈਂਟਸ ਦੇ ਬਾਰੇ। ਬਾਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੈ ਇਹਨਾਂ ਦੀ ਨਿਯੁਕਤੀ ਜਿਹੜਾ ਹੋਣਾ ਹੈ ਇੱਕ ਇਤਿਹਾਸਿਕ ਹੈ ਜੀ। ਕਾਹਦੇ ਵਾਸਤੇ? ਘਰੇਲੂ ਨੀਤੀ ਸਲਾਹਕਾਰ ਦੇ ਲਈ ਜੀ। ਅਗਲਾ ਫੈਕਟ ਦੇਖੋ ਜੀ ਆਪਣਾ, ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਦੇਸ਼ ਦੇ ਪਹਿਲੇ IAF ਹੈਰੀਟੇਜ ਸੈਂਟਰ ਦਾ ਉਦਘਾਟਨ ਕਿਸ ਨੇ ਕੀਤਾ ਹੈ? ਚੰਡੀਗੜ੍ਹ ਵਿੱਚ ਦੇਸ਼ ਦੇ ਪਹਿਲੇ IAF ਹੈਰੀਟੇਜ ਸੈਂਟਰ ਦਾ ਉਦਘਾਟਨ ਜਿਹੜਾ ਹੈ ਇਹ ਕੀਤਾ ਹੈ ਰਾਜਨਾਥ ਸਿੰਘ ਨੇ। ਤੁਸੀਂ ਦੇਖ ਰਹੇ ਹੋ ਫੋਟੋ। ਇਹ ਕੌਣ ਹੈ? ਰੱਖਿਆ ਮੰਤਰੀ ਹੈ, ਸੁਰੱਖਿਆ ਮੰਤਰੀ ਆਪਾਂ ਕਹਿ ਸਕਦੇ ਹਾਂ। ਸੁਰੱਖਿਆ ਮੰਤਰੀ ਰਾਜਨਾਥ ਸਿੰਘ, ਇਹਨਾਂ ਨੇ ਕੀਤਾ ਹੈ ਜੀ 8 ਮਈ ਨੂੰ, ਮਤਲਬ ਕੱਲ ਕੀਤਾ ਹੈ, ਕੱਲ ਕੀਤਾ ਸੀ। 2023 ਨੂੰ ਆਪਣੀ ਤਰ੍ਹਾਂ ਦੇ ਪਹਿਲੇ ਭਾਰਤੀ ਵਾਯੂ ਸੈਨਾ IAF ਹੈਰੀਟੇਜ ਸੈਂਟਰ ਦਾ ਜਿਹੜਾ ਹੈ ਉਦਘਾਟਨ ਕੀਤਾ ਹੈ। ਇਸ ਹੈਰੀਟੇਜ ਸੈਂਟਰ ਦੀ ਸਥਾਪਨਾ ਜਿਹੜੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਭਾਰਤੀ ਵਾਯੂ ਸੈਨਾ ਦੇ ਵਿਚਕਾਰ ਇੱਕ ਸਮਝੌਤਾ ਹੋਣ ਦੇ ਤਹਿਤ ਜਿਹੜੀ ਹੈ ਕੀਤੀ ਗਈ ਹੈ, ਜਿਸ ਤੇ ਪਿਛਲੇ ਸਾਲ ਜਿਹੜੇ ਹੈ ਸਾਈਨ ਜਿਹੜੇ ਹੈ ਕੀਤੇ ਗਏ ਸੀ। ਲਾਸਟ ਈਅਰ ਜਿਹੜੇ ਹੈ ਇਸ ਯੋਜਨਾ ਜੋ ਵੀ ਹੈ ਇਹ ਸਕੀਮ ਹੈ, ਇਸ ਤੇ ਸਾਈਨ ਜਿਹੜੇ ਹੈ ਪਿਛਲੇ ਸਾਲ ਦੇ ਹੋਏ ਨੇ ਤੇ ਇਹਨਾਂ ਨੇ ਜਿਹੜੀ ਹੈ ਇਸ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਏਅਰ ਚੀਫ ਮਾਰਸ਼ਲ VR ਚੌਧਰੀ ਅਤੇ ਚੰਡੀਗੜ੍ਹ ਦੀ ਸੰਸਦ ਕਿਰਨ ਖੇਰ ਵੀ ਜਿਹੜੇ ਹੈ ਮੌਜੂਦ ਸਨ। ਠੀਕ ਹੈ ਜੀ। ਹਾਂ, ਅਗਲਾ ਦੇਖੋ ਜੀ, ਹਾਲ ਹੀ ਵਿੱਚ ਮੈਡਰਿਡ ਓਪਨ 2023 ਦਾ ਖਿਤਾਬ ਜਿਹੜਾ ਹੈ ਕਿਸ ਨੇ ਜਿੱਤਿਆ ਹੈ? ਕਿਹੜਾ ਹੈ ਜੀ? ਮੈਡਰਿਡ ਓਪਨ। ਤਾਂ ਦੇਖੋ ਜੀ ਇਹ ਜਿੱਤਿਆ ਹੈ ਜੀ ਅਲਕਰਾਜ ਨੇ। ਕਿਹਨਾਂ ਨੇ ਜਿੱਤਿਆ ਹੈ? ਇਹ ਸ਼ਾਇਦ ਮੈਂ ਪਹਿਲਾਂ ਵੀ ਕਰਵਾਇਆ ਸੀ। ਅਲਕਰਾਜ ਨੇ ਜਿੱਤਿਆ ਹੈ। ਅਲਕਰਾਜ ਜੀ, ਕਾਰਲੇਸ ਅਲਕਰਾਜ। ਪੂਰਾ ਨਾਮ ਕੀ ਹੈ ਇਹਨਾਂ ਦਾ? ਕਾਰਲੇਸ ਅਲਕਰਾਜ ਜੀ, ਪੂਰਾ ਨਾਮ ਹੈ ਇਹਨਾਂ ਦਾ ਕਾਰਲੇਸ ਅਲਕਰਾਜ, ਜਿਨ੍ਹਾਂ ਨੇ 3 ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਯਾਨ ਲਿਨਾਰਡ ਸਟਰਫ 6-4, 3-6 ਤੇ 6-3 ਨਾਲ ਹਰਾ ਕੇ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਜਿਹੜਾ ਹੈ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਵ ਕੀਤਾ ਹੈ ਅਤੇ ਫਿਰ ਤੋਂ ਵਿਸ਼ਵ ਦਾ ਪਹਿਲਾ ਇੱਕ ਖਿਲਾੜੀ ਬਣੇ ਹਨ। ਠੀਕ ਹੈ ਜੀ। ਪਹਿਲਾਂ ਵੀ ਬੰਦਾ ਇਹ ਰਹਿ ਚੁੱਕਿਆ ਹੈ ਕਾਰਲੋਸ ਅਲਕਰਾਜ ਜੋ ਹੈ, ਕਾਹਦੇ ਵਿੱਚ? ਮੈਡਰਿਡ ਓਪਨ ਖਿਤਾਬ ਜਿਹੜਾ ਹੈ ਇਹਨਾਂ ਨੇ ਜਿੱਤਿਆ ਹੈ ਮੌਕੇ ਤੇ ਸਪੇਨ ਦਾ ਇਹ ਰਹਿਣ ਵਾਲਾ ਹੈ। 20 ਸਾਲਾਂ ਦੀ ਉਮਰ ਹੈ, 20 ਸਾਲਾਂ ਦੀ ਉਮਰ ਹੈ ਤੇ ਸਪੇਨ ਦਾ, ਕਿੱਥੋਂ ਤੋਂ ਹੈ? ਸਪੇਨ ਤੋਂ ਹੈ ਜੀ। ਸਪੇਨ ਦਾ ਖਿਲਾੜੀ ਹੈ। ਖਿਲਾੜੀ ਅਗਰ ਰੋਮ ਵਿੱਚ ਇਟਾਲੀਅਨ ਓਪਨ ਦਾ ਇੱਕ ਮੈਚ ਵੀ ਖੇਲਿਆ ਸੀ ਇਹਨਾਂ ਨੇ, ਤੇ ਉਹ ਫ੍ਰੈਂਚ ਓਪਨ ਵਿੱਚ ਦੁਨੀਆ ਦੇ ਨੰਬਰ 1 ਖਿਲਾੜੀ ਦੇ ਰੂਪ ਵਿੱਚ ਹਿੱਸਾ ਲਿਆ ਹੈ ਜੀ। ਕਿਸ ਨੇ? ਕਾਰਲੋਸ ਅਲਕਰਾਜ ਨੇ ਜੀ। ਅਗਲਾ ਕੁਐਸਚਨ ਹੈ ਜੀ ਆਪਣੇ ਕੋਲ, ਹਾਲ ਹੀ ਵਿੱਚ ਟ੍ਰਿਪਲ ਜੰਪ ਦਾ ਨਵਾਂ ਰਾਸ਼ਟਰੀ ਰਿਕਾਰਡ ਕਿਸ ਨੇ ਬਣਾਇਆ ਹੈ? ਟ੍ਰਿਪਲ ਜੰਪ ਦਾ ਰਿਕਾਰਡ ਜਿਹੜਾ ਹੈ ਇਹ ਕਿਸ ਨੇ ਬਣਾਇਆ ਹੈ? ਤਾਂ ਇਹ ਬਣਾਇਆ ਹੈ ਤੁਹਾਡੇ ਸਾਹਮਣੇ ਪ੍ਰਵੀਨ ਚਿੱਤਰਵੇਲ। ਕੀ ਨਾਮ ਹੈ ਜੀ? ਪ੍ਰਵੀਨ ਚਿੱਤਰਵੇਲ। ਪ੍ਰਵੀਨ ਚਿੱਤਰਵੇਲ ਜਿਹੜੇ ਹੈ ਇਹ ਕੌਣ ਹੈ? ਕਹਿੰਦੇ ਹਾਲ ਹੀ ਵਿੱਚ ਕਿਊਬਾ ਵਿੱਚ ਹਵਾਨਾ ਵਿੱਚ ਐਥਲੈਟਿਕਸ ਮੀਟ ਵਿੱਚ ਪੁਰਸ਼ਾਂ ਦੀ ਟ੍ਰਿਪਲ ਜੰਪ ਪ੍ਰਤੀਯੋਗਿਤਾ ਵਿੱਚ ਭਾਰਤੀ ਐਥਲੀਟ ਪ੍ਰਵੀਨ ਚਿੱਤਰਵੇਲ, ਇਹਨਾਂ ਨੇ 17.37 ਮੀਟਰ ਦੀ ਛਲਾਂਗ ਲਗਾ ਕੇ ਨਾ ਹੀ ਸਿਰਫ ਪ੍ਰਤੀਯੋਗਿਤਾ ਜਿੱਤੀ ਹੈ ਬਲਕਿ ਨੈਸ਼ਨਲ ਰਿਕਾਰਡ ਵੀ ਇਹਨਾਂ ਨੇ ਤੋੜਿਆ ਹੈ। ਨੈਸ਼ਨਲ ਰਿਕਾਰਡ ਵੀ ਜਿਹੜਾ ਹੈ ਇਹਨਾਂ ਨੇ ਤੋੜਿਆ ਹੈ। ਕਿਹਨਾਂ ਨੇ? ਪ੍ਰਵੀਨ ਚਿੱਤਰਵੇਲ ਨੇ। ਠੀਕ ਹੈ ਜੀ। ਤੇ ਇਹਨਾਂ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ, ਭਾਰਤੀ ਐਥਲੀਟ ਰਣਜੀਤ ਮਹੇਸ਼ਵਰੀ, ਇਹਨਾਂ ਤੋਂ ਪਹਿਲਾਂ ਕੌਣ ਸੀ? 2016 ਵਿੱਚ ਸੀ ਭਾਰਤੀ ਐਥਲੀਟ ਸੀ ਕੋਈ ਰਣਜੀਤ ਮਹੇਸ਼ਵਰੀ। 2016 ਵਿੱਚ ਬੈਂਗਲੁਰੂ ਵਿੱਚ ਤੀਜੇ ਇੰਡੀਅਨ ਗ੍ਰੈਂਡ ਪ੍ਰਤੀਯੋਗਿਤਾ ਵਿੱਚ ਇਹਨਾਂ ਨੇ ਆਪਣੇ ਰਣਜੀਤ ਮਹੇਸ਼ਵਰੀ ਨੇ 17.30 ਮੀਟਰ ਦਾ ਇਹਨਾਂ ਦਾ ਰਿਕਾਰਡ ਸੀ, ਛਲਾਂਗ ਲਗਾਈ ਸੀ। ਤੇ ਇਹ ਜਿਹੜਾ ਹੈ ਰਿਕਾਰਡ ਤੋੜਿਆ ਹੈ ਪ੍ਰਵੀਨ ਚਿੱਤਰਵੇਲ ਨੇ। ਪ੍ਰਵੀਨ ਚਿੱਤਰਵੇਲ ਨੇ ਰਿਕਾਰਡ ਤੋੜਿਆ ਹੈ, ਨੈਸ਼ਨਲ ਰਿਕਾਰਡ ਤੋੜਿਆ ਹੈ 17.37 ਮੀਟਰ ਦੀ ਜਿਹੜੀ ਹੈ ਛਲਾਂਗ ਲਗਾ ਕੇ। ਠੀਕ ਹੈ ਜੀ।
ਜੇ ਆਪਾਂ ਗੱਲ ਕਰੀਏ ਨਾ ਦੁਨੀਆ ਦੀ ਜਿਹੜੀ ਕੁਆਲੀਫਾਈ ਛਲਾਂਗ ਜਿਹੜੀ ਹੈ ਉਹ ਹੈ ਜੀ 17.20 ਮੀਟਰ ਦੀ। ਠੀਕ ਹੈ ਜੀ, ਕੁਆਲੀਫਾਈ ਛਲਾਂਗ ਮੰਨੀ ਗਈ ਹੈ ਤੇ ਪ੍ਰਵੀਨ ਨੇ ਇਸ ਦਾ ਵੀ ਜਿਹੜਾ ਹੈ ਰਿਕਾਰਡ ਤੋੜਿਆ ਹੈ ਜੀ। ਅਗਲਾ ਕੁਐਸਚਨ ਹੈ ਜੀ ਆਪਣੇ ਕੋਲ, ਹਾਲ ਹੀ ਵਿੱਚ 55 ਕਿਲੋਗ੍ਰਾਮ ਵਰਗ ਵਿੱਚ ਰਜਤ ਪਦਕ ਕਿਸ ਨੇ ਜਿੱਤਿਆ ਹੈ? ਤੇ ਲੇਡੀਜ਼ ਦੀ ਗੱਲ ਕਰ ਰਿਹਾ ਹੈ। ਲੇਡੀਜ਼ ਦੇ ਵਿੱਚ ਤਾਂ ਇਹ ਜਿੱਤਿਆ ਹੈ ਬਿੰਦਿਆ ਰਾਣੀ ਦੇਵੀ। ਕਿਹਨਾਂ ਨੇ ਜਿੱਤਿਆ ਹੈ? ਬਿੰਦਿਆ ਰਾਣੀ ਦੇਵੀ ਨੇ ਜਿੱਤਿਆ ਹੈ। ਭਾਰ ਤੋਲਨ ਦੇ ਵਿੱਚ, ਕਿਹਦੇ ਵਿੱਚ? ਲੇਡੀਜ਼ ਗਰੁੱਪ ਦੇ ਵਿੱਚ ਭਾਰ ਤੋਲਨ ਦੇ ਵਿੱਚ ਭਾਰਤ ਦੀ ਬਿੰਦਿਆ ਰਾਣੀ ਦੇਵੀ ਨੇ ਦੱਖਣ ਕੋਰੀਆ ਦੇ ਜਿੰਜੂ ਵਿੱਚ ਏਸ਼ੀਆਈ ਭਾਰਤੋਲਨ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 55 ਕਿਲੋਗ੍ਰਾਮ weight ਦੇ ਵਿੱਚ ਇਹਨਾਂ ਨੇ ਰਜਤ ਪਦਕ ਜਿਹੜਾ ਹੈ ਜਿੱਤਿਆ ਹੈ। ਚੀਨ ਦੀ ਚੇਨ ਗੁਆਨ ਲਿੰਗ ਨੇ 204 ਕਿਲੋਗ੍ਰਾਮ ਦਾ ਸੰਯੁਕਤ ਭਾਰ ਉਠਾ ਕੇ ਸਵਰਨ ਪਦਕ ਹਾਸਲ ਕੀਤਾ ਹੈ। ਠੀਕ ਹੈ ਜੀ, ਕੀ ਨਾਮ ਹੈ ਜੀ? ਚੇਨ ਗੁਆਨ। ਇਹਨਾਂ ਨੇ ਚੇਨ ਗੁਆਨ ਨੇ 204 ਕਿਲੋਗ੍ਰਾਮ ਜਿਹੜਾ ਹੈ ਭਾਰ ਉਠਾ ਕੇ ਸਵਰਨ ਪਦਕ ਹਾਸਲ ਕੀਤਾ ਹੈ। ਤੇ ਜਿਹੜੀ ਭਾਰਤ ਦੀ ਬਿੰਦਿਆ ਰਾਣੀ ਦੇਵੀ ਹੈ ਇਹਨਾਂ ਨੂੰ ਮਿਲਿਆ ਹੈ ਜੀ ਰਜਤ ਪਦਕ, ਤੇ ਇਹਨਾਂ ਨੇ 55 ਕਿਲੋਗ੍ਰਾਮ ਜਿਹੜਾ ਹੈ ਭਾਰ ਉਠਾਇਆ ਹੈ। ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ ਪੁਰਸ਼ਾਂ ਦੀ, ਇਹ ਤਾਂ ਹੋ ਗਈ ਜੀ ਲੇਡੀ। ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ ਪੁਰਸ਼ਾਂ ਦੀ ਤਾਂ ਪੁਰਸ਼ਾਂ ਦੇ ਵਿੱਚੋਂ ਇੱਥੇ ਲਿਖ ਦੇਣਾ 61 ਕਿਲੋਗ੍ਰਾਮ ਵਰਗ ਵਿੱਚ ਗਰੁੱਪ ਬੀ ਵਿੱਚ ਸ਼ੁਭਮ ਟੋਡਕਰ ਨੇ 263 ਕਿਲੋਗ੍ਰਾਮ 263 ਸੰਯੁਕਤ ਭਾਰ ਉਠਾ ਕੇ ਪ੍ਰਤੀਯੋਗਿਤਾ ਵਿੱਚ 9 ਬੰਦਿਆਂ ਦੇ ਵਿੱਚੋਂ ਕੀ ਹੈ ਜੀ 6ਵਾਂ ਸਥਾਨ ਜਿਹੜਾ ਹੈ ਹਾਸਲ ਕੀਤਾ ਹੈ। ਕੀ ਨਾਮ ਹੈ ਜੀ? ਇਹਨਾਂ ਦਾ ਨਾਮ ਹੈ ਸ਼ੁਭਮ ਟੋਡਕਰ ਜੀ। ਅਗਲਾ ਇਵੈਂਟ ਦੇਖੋ ਜੀ, ਹਾਲ ਹੀ ਵਿੱਚ ਮੇਘਾਲਿਆ ਵਿੱਚ ਦਾਵਕੀ ਭੂਮੀ ਬੰਦਰਗਾਹ ਦਾ ਉਦਘਾਟਨ ਜਿਹੜਾ ਹੈ ਕਿਸ ਨੇ ਕੀਤਾ ਹੈ? ਮੇਘਾਲਿਆ ਦੇ ਵਿੱਚ ਦਾਵਕੀ ਭੂਮੀ ਦਾ ਉਦਘਾਟਨ ਜਿਹੜਾ ਹੈ ਇਹ ਕੀਤਾ ਹੈ ਕੇਂਦਰੀ ਮੰਤਰੀ ਨਿਤਿਆਨੰਦ ਰਾਏ। ਇਹ ਫੋਟੋ ਤੁਸੀਂ ਦੇਖ ਰਹੇ ਹੋ, ਕੇਂਦਰੀ ਮੰਤਰੀ ਨਿਤਿਆਨੰਦ ਰਾਏ ਦੀ। ਠੀਕ ਹੈ ਜੀ, ਇਹਨਾਂ ਨੇ ਮੇਘਾਲਿਆ ਦੇ ਵਿੱਚ ਦਾਵਕੀ ਭੂਮੀ ਬੰਦਰਗਾਹ ਦਾ ਉਦਘਾਟਨ ਕੀਤਾ ਹੈ। ਤੇ ਇਹਦੇ ਬਾਰੇ ਦੇਖੋ ਜੀ, ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਵਪਾਰ ਅਤੇ ਵਾਣਿਜਿਕ ਨੂੰ ਬੜਾਵਾ ਦੇਣ ਦੇ ਲਈ ਮੇਘਾਲਿਆ ਦੇ ਪੱਛਮ ਜੈਂਤੀਆ ਹਿਲਸ ਪਹਾੜੀ ਇਲਾਕੇ ਦੇ ਵਿੱਚ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਦਾਵਕੀ ਭੂਮੀ ਬੰਦਰਗਾਹ ਦਾ ਉਦਘਾਟਨ ਕੀਤਾ ਗਿਆ ਹੈ। ਕਿਹਨਾਂ ਦੁਆਰਾ? ਕੇਂਦਰੀ ਮੰਤਰੀ ਨਿਤਿਆਨੰਦ ਰਾਏ ਦੁਆਰਾ। ਉਦਘਾਟਨ ਦੇ ਦੌਰਾਨ ਮੇਘਾਲਿਆ ਦੇ ਉਪ ਮੁੱਖ ਮੰਤਰੀ ਸਿਨਿਆਵ ਬਾਲਾਂਗ ਦਰ ਵੀ ਜਿਹੜੇ ਹੈ ਮੌਜੂਦ ਸਨ। ਚਲੋ ਜੀ, ਇਹ ਕੋਈ ਜ਼ਿਆਦਾ ਵੱਡਾ ਕੋਈ ਫੈਕਟ ਨਹੀਂ ਹੈ। ਕੇਂਦਰੀ ਮੰਤਰੀ ਨਿਤਿਆਨੰਦ ਨੇ ਇੱਕ ਬੰਦਰਗਾਹ ਦਾ ਉਦਘਾਟਨ ਕੀਤਾ ਹੈ, ਦਾਵਕੀ ਭੂਮੀ ਬੰਦਰਗਾਹ, ਕਿੱਥੇ? ਮੇਘਾਲਿਆ ਦੇ ਵਿੱਚ। ਹਾਂਜੀ, ਅਗਲਾ ਦੇਖੋ ਜੀ, ਹਾਲ ਹੀ ਵਿੱਚ ਕੇ ਸੇਲਜਾ ਦੀ ਕਿਹੜੀ ਆਤਮ ਕਥਾਤਮਕ ਕ੍ਰਿਤੀ ਦਾ ਵਿਮੋਚਨ ਕੀਤਾ ਗਿਆ ਹੈ? ਕੀ ਨਾਮ ਹੈ ਜੀ? ਕੇ ਸੇਲਜਾ। ਇਹਨਾਂ ਦੀ ਆਤਮ ਕਥਾ ਕਿਰਤੀ ਦਾ ਜਿਹੜਾ ਹੈ ਵਿਮੋਚਨ ਕੀਤਾ ਗਿਆ ਹੈ, ਲਾਂਚ ਕੀਤੀ ਗਈ ਹੈ। ਤਾਂ ਇਸ ਦਾ ਨਾਮ ਹੈ ਜੀ ਮਾਈ ਲਾਈਫ ਇਜ਼ ਏ ਕਾਮਰੇਡ। ਤੁਸੀਂ ਫੋਟੋ ਦੇਖ ਰਹੇ ਹੋ, ਕੌਣ ਹੈ ਜੀ ਇਹ? ਕੇ ਸੇਲਜਾ CPM ਦੇ ਕੇਂਦਰੀ ਸਮਿਤੀ ਦੀ ਸਦस्य ਅਤੇ ਕੇਰਲ ਦੀ ਪੂਰਬੀ ਸਵਸਥ ਮੰਤਰੀ ਕੇ ਸੇਲਜਾ। ਕੌਣ ਹੈ ਜੀ ਇਹ? CPM ਦੀ ਕੇਂਦਰੀ ਸਮਿਤੀ ਦੀ ਮੈਂਬਰ ਰਹਿ ਚੁੱਕੀ ਹੈ ਤੇ ਕੇਰਲ ਦੀ ਪਹਿਲਾਂ ਸੀ ਇਹ ਹੈਲਥ ਮਿਨਿਸਟਰ ਸੀ। ਠੀਕ ਹੈ ਜੀ, ਕੇ ਸੇਲਜਾ ਦੀ ਆਤਮ ਕਥਾ ਕਿਰਤੀ ਮਾਈ ਲਾਈਫ ਐਜ਼ ਏ ਕਾਮਰੇਡ ਦਿੱਲੀ ਸਥਿਤ ਪਬਲਿਸ਼ ਹਾਊਸ ਜਗਰਨਾਟ ਬੁੱਕਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਠੀਕ ਹੈ ਜੀ, ਜੇ ਆਪਾਂ ਗੱਲ ਕਰੀਏ ਤਾਂ ਕੋਚੀ ਬਾਈਨਲੇ ਫਾਊਂਡੇਸ਼ਨ ਦੀ ਪੂਰਵ CEO ਅਤੇ ਪੱਤਰਕਾਰ ਮੰਜੂ ਸਾਰਾ ਰਾਜਨ ਦੇ ਨਾਲ ਮਿਲ ਕੇ ਲਿਖੀ ਗਈ ਆਪਣੀ ਇਹ ਨਈ ਕਿਤਾਬ ਜਿਹੜੀ ਹੈ ਮਾਈ ਲਾਈਫ ਇਜ਼ ਏ ਕਾਮਰੇਡ। ਸੇਲਜਾ ਨੇ ਆਪਣੇ ਜੀਵਨ ਦੇ ਦੌਰ ਦੇ ਬਾਰੇ ਲਿਖਿਆ ਹੈ, ਆਪਣੀ ਲਾਈਫ ਸਟਾਈਲ ਜਿਹੜੀ ਹੈ ਇਹਨਾਂ ਨੇ ਸ਼ੇਅਰ ਕੀਤੀ ਹੈ ਉਹਦੇ ਵਿੱਚ, ਜੋ ਮਾਲਬਾਰ ਵਿੱਚ ਇੱਕ ਛੋਟੀ ਜਿਹੀ ਬਸਤੀ ਵਿੱਚ ਸ਼ੁਰੂ ਹੋਈ ਹੈ। ਕਿੱਥੋਂ ਸ਼ੁਰੂ ਹੋਈ ਹੈ? ਮਾਲਬਾਰ ਦੀ ਇੱਕ ਛੋਟੀ ਜਿਹੀ ਬਸਤੀ ਵਿੱਚ ਸ਼ੁਰੂ ਹੋਈ ਹੈ ਅਤੇ ਉਹਨਾਂ ਨੇ ਕੀ ਹੈ ਰਾਜ ਸਰਕਾਰ ਵਿੱਚ ਕੈਬਨਿਟ ਪਦ ਤੱਕ ਲੈ ਕੇ ਗਿਆ, ਮਤਲਬ ਆਪਣਾ ਲਾਈਫ ਸਟਾਈਲ ਜਿਹੜਾ ਸਟਰਗਲ ਹੈ ਲਾਈਫ ਦੀ ਉਹ ਜਿਹੜੀ ਹੈ ਇਹਨਾਂ ਨੇ ਸ਼ੇਅਰ ਕੀਤੀ ਹੈ ਕੇ ਸੇਲਜਾ ਨੇ ਜੀ। ਉਮੀਦ ਕਰਦਾ ਹਾਂ ਮੇਰਾ ਅੱਜ ਦਾ ਤੁਹਾਨੂੰ ਕਰੰਟ ਅਫੇਅਰ ਬਹੁਤ ਹੀ ਵਧੀਆ ਲੱਗਦਾ ਹੋਊਗਾ। ਹਾਂਜੀ, ਅਗਲਾ ਦੇਖੋ ਜੀ, ਹਾਲ ਹੀ ਵਿੱਚ ਬਰਾਵੋ ਦੇ IPL ਵਿੱਚ ਸਭ ਤੋਂ ਜ਼ਿਆਦਾ ਵਿਕਟ ਲੈਣ ਦਾ ਰਿਕਾਰਡ ਦੀ ਬਰਾਬਰੀ ਕੀਤੀ ਹੈ। ਠੀਕ ਹੈ ਜੀ, ਸਭ ਤੋਂ ਜ਼ਿਆਦਾ ਵਿਕਟ ਲੈਣ ਦਾ ਜਿਹੜਾ ਰਿਕਾਰਡ ਹੈ ਨਾ
ਉਹਦੀ ਬਰਾਬਰੀ ਕੀਤੀ ਹੈ। ਤਾਂ ਇਹ ਕੌਣ ਹੈ? ਇਹ ਹੈ ਜੀ, ਤੁਸੀਂ ਫੋਟੋ ਦੇਖ ਰਹੇ ਹੋ, ਭਾਰਤੀ ਹੈ ਜੀ ਯੁਜਵੇਂਦਰ, ਇਹਨਾਂ ਦਾ ਨਾਮ ਹੈ ਯੁਜਵੇਂਦਰ। ਯੁਜਵੇਂਦਰ ਹੈ ਜੀ ਇਹਨਾਂ ਦਾ ਨਾਮ, ਯੁਜਵੇਂਦਰ ਚਹਿਲ। ਯੁਜਵੇਂਦਰ ਚਹਿਲ ਨੇ IPL ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵਿਕਟ ਲੈਣ ਦੀ ਚੇਨਈ ਸੁਪਰ ਕਿੰਗਸ ਦੇ ਪੂਰਵ ਆਲਰਾਊਂਡਰ ਡਵੇਨ ਬਰਾਵੋ, ਕੌਣ ਹੈ ਜੀ? ਆਲਰਾਊਂਡਰ ਹੈ ਜੀ ਡਵੇਨ ਬਰਾਵੋ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ ਯੁਜਵੇਂਦਰ ਚਹਿਲ ਨੇ ਜੀ। ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਉਹਨਾਂ ਨੇ 4 ਓਵਰ ਵਿੱਚ 29 ਰਨ ਦੇ ਕੇ 4 ਵਿਕਟ ਲਏ ਹਨ। 4 ਓਵਰਾਂ ਦੇ ਵਿੱਚ ਇਹਨਾਂ ਨੇ 29 ਜਿਹੜੇ ਹੈ ਰਨ ਦਿੱਤੇ ਹੈ, 29 ਰਨ ਦੇ ਕੇ 4 ਵਿਕਟ ਜਿਹੜੇ ਹੈ ਹਾਸਲ ਕੀਤੇ ਹੈ 4 ਓਵਰਾਂ ਦੇ ਵਿੱਚ। ਹਾਂਜੀ, ਅਗਲਾ ਦੇਖੋ ਜੀ, ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਨੂੰ ਕਿਸ ਜ਼ਿਲ੍ਹੇ ਵਿੱਚ ਆਪਣਾ ਪਹਿਲਾ ਫਾਰਮਾ ਪਾਰਕ ਮਿਲੇਗਾ? ਫਾਰਮਾ ਪਾਰਕ ਤੁਹਾਨੂੰ ਪਤਾ ਹੈ ਜੀ ਕਿਹਦੇ ਨਾਲ ਸੰਬੰਧਿਤ ਹੁੰਦਾ ਹੈ? ਦਵਾਈਆਂ ਦੇ ਨਾਲ ਸੰਬੰਧਿਤ ਹੁੰਦਾ ਹੈ। ਤਾਂ ਇਹ ਮਿਲੇਗਾ ਜੀ ਉੱਤਰ ਪ੍ਰਦੇਸ਼ ਨੂੰ ਲਲਿਤਪੁਰ ਜ਼ਿਲ੍ਹੇ ਦੇ ਵਿੱਚ। ਕਿੱਥੇ ਮਿਲੇਗਾ ਜੀ? ਫਾਰਮਾ ਪਾਰਕ ਲਲਿਤਪੁਰ ਜ਼ਿਲ੍ਹੇ ਦੇ ਵਿੱਚ ਮਿਲੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਬੁਦੇਲਖੰਡ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਰਾਜ ਦਾ ਪਹਿਲਾ ਫਾਰਮਾ ਪਾਰਕ ਦੀ ਸਥਾਪਨਾ ਦੀ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਹੈ। ਪਰਿਯੋਜਨਾ ਦੇ ਲਈ ਪਸ਼ੂ ਪਾਲਣ ਵਿਭਾਗ ਅਤੇ ਉਦਯੋਗਿਕ ਵਿਕਾਸ ਲਗਭਗ 1500 ਹੈਕਟੇਅਰ ਭੂਮੀ, ਕਿੰਨੀ ਹੈ ਜੀ? 1500 ਹੈਕਟੇਅਰ 1500 ਹੈਕਟੇਅਰ ਭੂਮੀ ਦੇ ਉੱਤੇ ਜਿਹੜਾ ਹੈ ਇਹ ਪਾਰਕ ਜਿਹੜਾ ਹੈ ਬਣੇਗਾ। ਭੂਮੀ ਦੇ ਜਿਹੜੀ ਹੈ ਮਨਜ਼ੂਰੀ ਦਿੱਤੀ ਗਈ ਹੈ। ਲਲਿਤਪੁਰ ਜਿਹੜਾ ਹੈ ਫਾਰਮ ਪਾਰਕ ਵਿੱਚ ਨਿਵੇਸ਼ਕਾਂ ਨੂੰ ਜ਼ਰੂਰੀ ਸੁਵਿਧਾਵਾਂ ਦੇ ਪ੍ਰਬੰਧਨ ਅਤੇ ਵਿਕਾਸ ਦੇ ਲਈ ਸਰਕਾਰ ਨੇ ਕਿੰਨਾ ਫੰਡ ਦਿੱਤਾ ਹੈ? ਫੰਡ ਦਿੱਤਾ ਹੈ ਜੀ 1560 ਕਰੋੜ। ਕਿੰਨਾ ਹੈ ਜੀ? 1560 ਕਰੋੜ ਰੁਪਏ ਦਾ ਬਜਟ ਜਿਹੜਾ ਹੈ ਇਹ ਫੰਡ ਜਿਹੜਾ ਹੈ ਤੁਸੀਂ ਕਹਿ ਸਕਦੇ ਹੋ ਪ੍ਰੋਵਾਈਡ ਕੀਤਾ ਗਿਆ ਹੈ। ਕਾਹਦੇ ਵਾਸਤੇ? ਫਾਰਮਾ ਪਾਰਕ ਦੇ ਲਈ। ਹਾਂਜੀ, ਅਗਲਾ ਦੇਖੋ ਜੀ ਇਵੈਂਟ ਕੀ ਹੈ। ਹਾਂਜੀ, ਹਾਲ ਹੀ ਵਿੱਚ ਸਿਕੰਦਰਾਬਾਦ ਦੇ ਵਾਰਸੀਗੁੜਾ ਵਿੱਚ ਕਿਸ ਪ੍ਰਧਾਨ ਮੰਤਰੀ ਕੇਂਦਰ ਦਾ ਉਦਘਾਟਨ ਜਿਹੜਾ ਹੈ ਕੀਤਾ ਗਿਆ ਹੈ? ਕਿਸ ਦਾ ਕੀਤਾ ਗਿਆ ਹੈ ਜੀ? ਤਾਂ ਇਹ ਹੈ ਜੀ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ। ਠੀਕ ਹੈ ਜੀ, ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਸਿਕੰਦਰਾਬਾਦ ਦੇ ਵਾਰਸੀਗੁੜਾ ਵਿੱਚ ਕੀਤਾ ਗਿਆ ਹੈ। ਇਹਦੇ ਬਾਰੇ ਆਪਾਂ ਹੋਰ ਦੇਖਦੇ ਹਾਂ ਕਿ ਕੇਂਦਰੀ ਪਰਯਟਨ ਮੰਤਰੀ ਜੀ ਕਿਸ਼ਨ ਰੈਡੀ, ਕੀ ਨਾਮ ਹੈ ਜੀ? ਜੀ ਕਿਸ਼ਨ ਰੈਡੀ। ਠੀਕ ਹੈ ਜੀ, ਜੀ ਕਿਸ਼ਨ ਰੈਡੀ ਨੇ ਇਸ ਦਾ ਜਿਹੜਾ ਹੈ ਉਦਘਾਟਨ 7 ਮਈ ਨੂੰ ਕਦੋਂ ਕੀਤਾ ਹੈ ਜੀ? 7 ਮਈ ਨੂੰ ਸਿਕੰਦਰਾਬਾਦ ਦੇ ਵਾਰਸੀਗੁੜਾ ਵਿੱਚ ਇੱਕ PM ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਹੈ। ਇਹ ਜਿਹੜਾ ਹੈ ਜਨ ਔਸ਼ਧੀ ਕੇਂਦਰ ਸਸਤੀ ਸਵਾਸਥ ਸੇਵਾ ਪ੍ਰਦਾਨ ਕਰੇਗਾ ਅਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਵੀ ਜਿਹੜਾ ਹੈ ਪੈਦਾ ਕਰੇਗਾ ਜੀ। ਅਗਲਾ ਦੇਖੋ ਜੀ, ਹਾਲ ਹੀ ਵਿੱਚ ਬਾਰਡਰ ਰੋਡ ਆਰਗੇਨਾਈਜੇਸ਼ਨ ਪ੍ਰੋਜੈਕਟ ਦਾ ਕਿੰਨਵਾਂ ਸਥਾਪਨਾ ਦਿਵਸ ਜਿਹੜਾ ਹੈ ਬਣਾਇਆ ਗਿਆ ਹੈ? ਕਿਹੜਾ? ਬਾਰਡਰ ਰੋਡ ਆਰਗੇਨਾਈਜੇਸ਼ਨ ਪ੍ਰੋਜੈਕਟ ਦਾ ਕਿੰਨਵਾਂ ਦਿਵਸ? ਤਾਂ ਆਪਾਂ ਲਿਖਿਆ ਹੋਇਆ 64ਵਾਂ ਜਿਹੜਾ ਹੈ 64 ਜਿਹੜਾ ਹੈ ਬਾਰਡਰ ਰੋਡ ਆਰਗੇਨਾਈਜੇਸ਼ਨ ਪ੍ਰੋਜੈਕਟ ਦਾ ਜਿਹੜਾ ਹੈ ਦਿਵਸ ਬਣਾਇਆ ਗਿਆ ਹੈ। 64। ਠੀਕ ਹੈ ਜੀ, ਕਾਹਦੇ ਵਾਸਤੇ ਹੁੰਦਾ? ਇਹ ਹੁੰਦਾ ਹੈ ਜੀ ਸੀਮਾ ਸੜਕ ਸੰਗਠਨ ਪਰਿਯੋਜਨਾ ਭਾਰਤ ਦੇ ਰੱਖਿਆ ਮੰਤਰਾਲਾ ਅਤੇ ਦੇ ਤਹਿਤ ਇੱਕ ਵਿਦੇਸ਼ੀ ਪਰਿਯੋਜਨਾ ਹੈ। ਇਹ ਕੀ ਹੈ ਜੀ? ਇੱਕ ਵਿਦੇਸ਼ੀ ਪਰਿਯੋਜਨਾ ਹੈ ਜਿਸ ਨੂੰ 24 ਅਪ੍ਰੈਲ 1961 ਵਿੱਚ ਭੂਟਾਨ ਦੇ ਤੀਜੇ ਰਾਜਾ ਜਿਗਮੇ ਦੁਰਜੀ ਵਾਂਗਚੁਕ ਅਤੇ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਵਿੱਚ ਇੱਕ ਸਮਝੌਤੇ ਦੇ ਪ੍ਰਮਾਣ ਸਰੂਪ ਸਥਾਪਿਤ ਕੀਤਾ ਗਿਆ ਸੀ। ਸਮਝ ਰਹੇ ਤੁਸੀਂ? ਇਹ ਇੱਕ ਸਮਝੌਤਾ ਸੀ ਸ਼ੁਰੂ ਦੇ ਵਿੱਚ, ਇੱਕ ਯੋਜਨਾ ਸੀ ਸ਼ੁਰੂ ਦੇ ਵਿੱਚ ਜੋ ਸ਼ੁਰੂ ਕੀਤੀ ਗਈ ਸੀ। ਕਿਹਦੀ ਮੈਂ ਗੱਲ ਕਰ ਰਿਹਾ? ਮੈਂ ਗੱਲ ਕਰ ਰਿਹਾ ਜੀ ਬਾਰਡਰ ਔਰ ਰੋਡ ਆਰਗੇਨਾਈਜੇਸ਼ਨ ਪ੍ਰੋਜੈਕਟ ਦੀ। ਠੀਕ ਹੈ ਜੀ, ਇਹ ਸ਼ੁਰੂ ਦੇ ਵਿੱਚ ਕਿੱਥੇ? 24 ਅਪ੍ਰੈਲ 1961 ਦੇ ਵਿੱਚ ਜਦੋਂ ਜਵਾਹਰ ਲਾਲ ਨਹਿਰੂ ਜੀ ਸੀ ਅਤੇ ਭੂਟਾਨ ਦੇ ਤੀਜੇ ਰਾਜਾ ਜਿਗਮੇ ਦੁਰਜੀ ਵਾਂਗਚੁਕ ਉਹਨਾਂ ਦੇ ਵਿਚਕਾਰ ਜਿਹੜਾ ਹੈ ਸਮਝੌਤਾ ਹੋਇਆ ਸੀ। ਉਸ ਦੇ ਦੌਰਾਨ ਜਿਹੜਾ ਹੈ ਇਸ ਨੂੰ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ। ਤੇ ਇਹ ਜਿਹੜੀ ਪਰਿਯੋਜਨਾ ਹੈ, ਕੀ ਨਾਮ ਹੈ ਜੀ ਇਸਦਾ? ਇਸਦਾ ਨਾਮ ਹੈ ਦੰਤਕ ਪਰਿਯੋਜਨਾ। ਦੰਤਕ ਪਰਿਯੋਜਨਾ ਜਿਹੜੀ ਹੈ ਉਦੋਂ ਨਾਮ ਸੀ ਭੂਟਾਨ ਦੇ ਦੂਰ-ਦਰਾਜ਼ ਦੇ ਖੇਤਰਾਂ ਦੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾ ਰਹੀ ਹੈ ਜੀ। ਅਗਲਾ ਦੇਖੋ ਜੀ, ਹਾਲ ਹੀ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਹੋਈ ਸਿਲਹਿਟ ਡਿਵੀਜ਼ਨ ਦਾ ਬਾਰਡਰ ਹਾਟ ਦਾ ਉਦਘਾਟਨ ਜਿਹੜਾ ਹੈ ਕਿੱਥੇ ਕੀਤਾ ਗਿਆ ਹੈ?
ਕਿਹਦੀ ਗੱਲ ਕਰ ਰਿਹਾ ਹੈ? ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਹੋਈ ਹੈ ਜੀ ਸਿਲਹਿਟ ਡਿਵੀਜ਼ਨ ਬਾਰਡਰ ਹਾਟ ਦਾ ਉਦਘਾਟਨ ਕਿੱਥੇ ਕੀਤਾ ਗਿਆ ਹੈ? ਤਾਂ ਰਾਜੇ ਇਹ ਬੋਲਾਗੰਜ ਵਿੱਚ ਕੀਤਾ ਗਿਆ ਹੈ ਜੀ। ਇਹ ਸਥਾਨ ਜਿਹੜਾ ਹੈ ਕਿੱਥੇ ਹੈ ਜੀ? ਇਹ ਵੀ ਆਪਾਂ ਦੇਖਦੇ ਹਾਂ। ਤੇ ਸ਼ਨੀਵਾਰ 6 ਅਪ੍ਰੈਲ ਸ਼ਨੀਵਾਰ ਨੂੰ 6 ਅਪ੍ਰੈਲ ਨੂੰ 2023 ਵਿੱਚ ਭਾਰਤੀ ਸੀਮਾ ਦੇ ਨਾਲ ਸਿਲਹਿਟ ਡਿਵੀਜ਼ਨ ਵਿੱਚ ਪਹਿਲਾ ਬਾਰਡਰ ਹਾਟ ਕੰਪਨੀਗੰਜ ਉਪ ਜ਼ਿਲ੍ਹਾ ਦੇ ਬੋਲਾਗੰਜ ਵਿੱਚ ਖੋਲ੍ਹਿਆ ਗਿਆ ਹੈ। ਪ੍ਰਵਾਸੀ ਕਲਿਆਣ ਅਤੇ ਪ੍ਰਵਾਸੀ ਰੁਜ਼ਗਾਰ ਮੰਤਰੀ ਇਮਰਾਨ ਅਹਿਮਦ ਅਤੇ ਸਿਲਹਿਟ ਵਿੱਚ ਭਾਰਤੀ ਉੱਚਾਯੁਕਤ ਨੀਰਜ ਕੁਮਾਰ ਜੈਸਵਾਲ ਨੇ ਸੰਯੁਕਤ ਰੂਪ ਵਿੱਚ ਹਾਟ ਦਾ ਉਦਘਾਟਨ ਜਿਹੜਾ ਹੈ ਕੀਤਾ ਹੈ, ਬਾਰਡਰ ਹਾਟ ਦਾ। ਠੀਕ ਹੈ ਜੀ, ਜੋ ਭਾਰਤ ਦੇ ਮੇਘਾਲਿਆ ਦੇ ਵਿੱਚ ਕਿੱਥੇ ਹੈ ਜੀ? ਮੇਘਾਲਿਆ ਦੇ ਵਿੱਚ ਹੈ। ਇਹ ਕਿੱਥੇ ਹੈ ਜੀ? ਇਹ ਜਗ੍ਹਾ ਜੋ ਆਪਾਂ ਦੱਸੀ ਸੀ ਨਾ, ਇਹ ਬੋਲਾਗੰਜ ਮੇਘਾਲਿਆ ਦੇ ਵਿੱਚ ਦੱਸੀ ਜਾ ਰਹੀ ਹੈ। ਕਿੱਥੇ? ਮੇਘਾਲਿਆ ਦੇ ਵਿੱਚ ਦੱਸੀ ਜਾ ਰਹੀ ਹੈ। ਮੇਘਾਲਿਆ ਦੇ ਪੂਰਬੀ ਖਾਸੀ ਹਿਲਸ ਅਤੇ ਸਿਲਹਿਟ ਦੇ ਬੋਲਾਗੰਜ ਦੇ ਵਿਚਕਾਰ ਸਥਿਤ ਹੈ। ਸਮਝੇ ਤੁਸੀਂ? ਉਹਨਾਂ ਦੇ ਵਿਚਕਾਰ ਦਾ ਇੱਕ ਹਿੱਸਾ ਪੈਂਦਾ ਹੈ ਤੇ ਉੱਥੇ ਬਾਰਡਰ ਹਾਟ ਦਾ ਜਿਹੜਾ ਹੈ ਉਦਘਾਟਨ ਜਿਹੜਾ ਹੈ ਕੀਤਾ ਗਿਆ ਹੈ ਜੀ। ਅਗਲਾ ਕੁਐਸਚਨ ਹੈ ਜੀ, ਹਾਲ ਹੀ ਵਿੱਚ ਵਾਯੂ ਸੈਨਾ ਸਵਦੇਸੀ VTOL ਲਾਟਰਿੰਗ ਆਣਾ ਸੀ ਇੱਥੇ, ਲਾਟਰਿੰਗ ਕੀ ਆਣਾ ਸੀ? ਲਾਟਰਿੰਗ ਆਣਾ ਸੀ। ਲਾਟਰਿੰਗ ਮਿਸ਼ਨ ਜਿਹੜਾ ਹੈ ਮਿਊਨਿਸ਼ਨ ਆਣਾ ਸੀ ਇੱਥੇ ਵੀ। ਮਿਊਨਿਸ਼ਨ ਦੀ ਜਿਹੜੀ ਹੈ ਪਹਿਲਾ ਬੈਚ ਪ੍ਰਾਪਤ ਕਰੇਗਾ ਜਾਂ ਮਤਲਬ ਪ੍ਰਾਪਤ ਹੋਵੇਗਾ। ਠੀਕ ਹੈ ਜੀ, ਤਾਂ ਇਹਦੇ ਬਾਰੇ ਆਪਾਂ ਦੇਖਦੇ ਹਾਂ। ਪਹਿਲਾ ਬੈਚ ਪ੍ਰਾਪਤ ਕਰੇਗਾ, ਇਹ ਮੈਂ ਦੱਸਿਆ ਤੁਹਾਨੂੰ। ਕਿੰਨਵਾਂ ਬੈਚ ਮਿਲੇਗਾ ਜੀ? ਇਸ ਨੂੰ ਪਹਿਲਾ ਬੈਚ ਜਿਹੜਾ ਹੈ ਮਿਲੇਗਾ। ਇਹਦੇ ਬਾਰੇ ਜੇ ਆਪਾਂ ਦੇਖੀਏ ਤਾਂ ਵਾਯੂ ਸੈਨਾ ਨੂੰ ਆਪਣਾ ਪਹਿਲਾ ਸਵਦੇਸੀ ਰੂਪ ਦੇ ਵਿੱਚ ਡਿਜ਼ਾਈਨ ਅਤੇ ਵਿਕਸਿਤ ਲਾਟਰਿੰਗ ਯੁੱਧ ਸਮੱਗਰੀ ਪ੍ਰਾਪਤ ਹੋਈ ਹੈ। ਇਹਦੇ ਦੌਰਾਨ ਕੀ ਹੋਇਆ ਹੈ? ਇਹਦਾ ਫੈਕਟ ਇਹ ਹੈ ਕਿ ਵਾਯੂ ਸੈਨਾ ਨੂੰ ਆਪਣਾ ਪਹਿਲਾ ਸਵਦੇਸੀ ਮਤਲਬ ਭਾਰਤ ਦੇ ਵਿੱਚ ਹੀ ਨਿਰਮਿਤ ਰੂਪ ਦੇ ਵਿੱਚ ਡਿਜ਼ਾਈਨ ਅਤੇ ਵਿਕਸਿਤ ਲਾਟਰਿੰਗ ਯੁੱਧ ਸਮੱਗਰੀ ਜਿਹੜੀ ਹੈ ਮਿਲੀ ਹੈ। ਤੇ ਇਹ ਸਾਰੇ ਜਿਹੜੇ ਹੈ ਪ੍ਰਕਾਰ ਦੇ ਇਲਾਕਿਆਂ ਦੇ ਵਿੱਚ ਉੱਚ ਉਚਾਈ ਵਾਲੇ ਖੇਤਰਾਂ ਦੇ ਵਿੱਚ ਸੰਚਾਲਿਤ ਕਰਨ ਦੇ ਵਿੱਚ ਜਿਹੜਾ ਹੈ ਯੋਗ ਹੋਵੇਗਾ ਤੇ ਕਿਸੇ ਵੀ ਕਰਮੀ ਨੂੰ ਜੋਖਿਮ ਦੇ ਵਿੱਚ ਪਾਉਣ ਤੋਂ ਬਿਨਾਂ 50 ਕਿਲੋਮੀਟਰ ਕਿੰਨਾ ਹੈ ਜੀ? 50 ਕਿਲੋਮੀਟਰ ਤੋਂ ਜ਼ਿਆਦਾ 50 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਜਿਹੜੀ ਹੈ ਕਵਰ ਕਰਕੇ ਦੁਸ਼ਮਣ ਨੂੰ ਮਾਰ ਗਿਰਾਏਗਾ। ਠੀਕ ਹੈ ਜੀ, ਇਹ ਹੈ ਜੀ ਇਸ ਦਾ ਫੈਕਟ। ਠੀਕ ਹੈ ਜੀ, ਇਹ ਇਸ ਦਾ ਫੈਕਟ ਹੈ। ਤੇ ਫਿਲਹਾਲ ਇਹਦੇ ਵਿੱਚ ਇੰਨਾ ਹੀ। ਤੇ ਇਹ ਰਾਜੇ ਇਹ ਸੀ ਆਪਣਾ ਕਰੰਟ ਅਫੇਅਰ 9 ਮਈ ਦਾ ਜਿਹੜਾ ਹੈ ਕਰੰਟ ਅਫੇਅਰ ਅੱਜ ਦਾ ਆਪਣਾ ਇੰਨਾ ਹੀ ਸੀ। 15 ਕੁਐਸਚਨ ਜਿਹੜੇ ਹੈ ਆਪਾਂ ਕੰਪਲੀਟ ਕੀਤੇ ਹੈ। ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਪੂਰਾ ਡੀਪਲੀ ਜਿਹੜਾ ਹੈ ਸਮਝਾਇਆ ਹੈ, ਕੱਲਾ ਫੈਕਟ ਵੀ ਕਾਹਦੇ ਵਾਸਤੇ ਹੈ ਤੇ ਕਿਉਂ ਹੈ। ਠੀਕ ਹੈ ਜੀ, ਇੰਨੀ ਰਾਜੇ ਡੇਲੀ ਦੇ ਇੰਨੇ ਕੋਈ 15 ਤੋਂ 20 ਜਿਹੜੇ ਹੈ ਕੁਐਸਚਨ ਹੁੰਦੇ ਹੈ। ਤੇ ਉਮੀਦ ਕਰਦਾ ਹਾਂ ਬਹੁਤੀ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ। ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਜਿਹੜੀ ਹੈ ਹੱਲਾਸ਼ੇਰੀ ਮਿਲੇ ਅਤੇ ਵਧੀਆ ਜਿਹੜਾ ਹੈ ਕੰਟੈਂਟ ਹੈ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।